ਇੱਕ ਦਿਨ ਦੀ ਗੱਲ ਹੈ, ਜਿਸ ਬਾਗ ਵਿੱਚ ਰਾਜਕੁਮਾਰ ਤੇ ਉਸ ਦਾ ਦੋਸਤ ਠਹਿਰੇ ਹੋਏ ਸਨ। ਉਸ ਬਾਗ ਦੀ ਮਾਲਣ ਰਾਜਕੁਮਾਰੀ ਵਾਸਤੇ ਹਾਰ ਪਰੋ ਕੇ ਲੈ ਜਾਂਦੀ ਸੀ ਤਾਂ ਚੰਦਰਦੱਤ ਦੀ ਨਜ਼ਰ ਪਈ। ਮਾਲਣ ਕੋਲੋਂ ਪੁੱਛਿਆ ਕਿ ਹਾਰ ਤੂੰ ਕਿਸ ਵਾਸਤੇ ਲੈ ਜਾਂਦੀ ਹੈ? ਮਾਲਣ ਬੋਲੀ, ਹੈ ਪਰਦੇਸੀ, ਇਸ ਰਾਜੇ ਦੀ ਲੜਕੀ ਪਦਮਾਵਤੀ ਕਿਸੇ ਰਾਜੇ ਦੇ ਪ੍ਰੇਮ ਵਿੱਚ ਪੈ ਗਈ ਹੈ। ਉਸ ਦਿਨ ਤੋਂ ਰਾਤ ਦਿਨ ਬੇਚੈਨ ਰਹਿੰਦੀ ਹੈ। ਇਸ ਵਾਸਤੇ ਮੈਂ ਹਾਰ ਪਰੋ ਕੇ ਲੈ ਜਾਂਦੀ ਹਾਂ ਕਿ ਉਸ ਦਾ ਦਿਲ ਬਹਿਲੇ। ਇਹ ਸੁਣ ਕੇ ਚੰਦਰਦੱਤ ਨੇ ਜੇਬ ਵਿੱਚੋਂ 5 ਮੋਹਰਾਂ ਕੱਢ ਮਾਲਣ ਨੂੰ ਦਿੱਤੀਆਂ ਤੇ ਕਿਹਾ, ਜੋ ਕਾਗਜ਼ ਅਸੀਂ ਤੈਨੂੰ ਦਈਏ ਉਹ ਰਾਜਕੁਮਾਰੀ ਨੂੰ ਦੇ ਦੇਣਾ। ਮਾਲਣ ਨੇ ਕਿਹਾ, ਅੱਛਾ। ਰਾਜਕੁਮਾਰ ਨੇ ਕਾਗਜ਼ ਲਿਖਣਾ ਸ਼ੁਰੂ ਕੀਤਾ। ਕਾਗਜ਼ ਵਿੱਚ ਲਿਖ ਕੇ ਮਾਲਣ ਨੂੰ ਦੇ ਦਿੱਤਾ। ਮਾਲਣ ਮਹਿਲ ਵਿੱਚ ਪਹੁੰਚੀ ਅਤੇ ਉਹ ਕਾਗਜ਼ ਹਾਰ ਦੇ ਨਾਲ ਰਾਜਕੁਮਾਰੀ ਨੂੰ ਦੇ ਦਿੱਤਾ। ਜਦ ਰਾਜਕੁਮਾਰੀ ਕਾਗਜ਼ ਲੈ ਕੇ ਖੋਹ ਪੜ੍ਹਨ ਲੱਗੀ, ਦੇਖਿਆ ਕਿ ਪਤਾ ਉਸੀ ਪਿਆਰੇ ਦਾ ਹੈ ਤੇ ਕਲੇਜੇ ਨਾਲ ਲਾਇਆ ਤੇ ਖੁਸ਼ੀ ਨਾਲ ਬੇਹੋਸ਼ ਹੋ ਕੇ ਢਹਿ ਪਈ। ਜਦ ਹੋਸ਼ ਵਿੱਚ ਆਈ ਤਾਂ ਖੁਸ਼ੀ-ਖੁਸ਼ੀ ਗੱਲਾਂ ਕਰਨ ਲੱਗੀ। ਜਦ ਰਾਜਕੁਮਾਰੀ ਨੂੰ ਖੁਸ਼ੀ ਨਾਲ ਗੱਲਾਂ ਕਰਦੇ ਸਹੇਲੀਆਂ ਨੇ ਦੇਖਿਆ ਤਾਂ ਕਿਹਾ, ਹੇ ਪਿਆਰੀ, ਇਸ ਖਤ ਵਿੱਚ ਕੀ ਲਿਖਿਆ ਹੈ ਜਿਹੜਾ ਆਪਦੀ ਖੁਸ਼ੀ ਦਾ ਕਾਰਨ ਹੋਇਆ ਹੈ? ਤਾਂ ਰਾਜਕੁਮਾਰੀ ਨੇ ਕਿਹਾ, ਪਾਤੀ ਆਈ ਪਿਆ ਕੀ ਛਾਤੀ ਲਈ ਲਗਾਏ, ਜੇ ਬਹਿਰਾ ਦੁੱਖ ਦੇਤ ਹੈ ਜਾਣੇ ਅੱਜ ਭਗਾਏ। ਹੇ ਸਹੇਲਿਓ, ਜਿਸ ਰਾਂਝੇ ਨੇ ਰੰਝ ਦੇ ਖੂਹ ਵਿੱਚ ਸੁੱਟਿਆ ਹੋਇਆ ਸੀ, ਉਹ ਜ਼ੁਲੇਖਾਂ ਵਾਂਗ ਮੁਹੱਬਤ ਦਾ ਗਾਹਕ ਬਣ ਕੇ ਆ ਗਿਆ ਹੈ ਅਤੇ ਮੇਰੇ ਬਾਗ ਵਿੱਚ ਆਇਆ ਹੈ। ਇਹ ਆਖ ਕੇ ਮਾਲਣ ਨੂੰ ਇਨਾਮ ਦਿੱਤਾ ਅਤੇ ਕਿਹਾ, ਇਹ ਖਤ ਰਾਜਕੁਮਾਰ ਨੂੰ ਦੇ ਦੇਣਾ ਅਤੇ ਕਿਸੇ ਤਰ੍ਹਾਂ ਦਾ ਉਸ ਨੂੰ ਦੁੱਖ ਨਾ ਪਹੁੰਚੇ। ਮਾਲਣ ਆਈ ਤੇ ਬਾਗ ਵਿੱਚ ਰਾਜਕੁਮਾਰ ਨੂੰ ਖਤ ਦਾ ਜਵਾਬ ਦਿੱਤਾ। ਖਤ ਪੜ੍ਹ ਕੇ ਰਾਜਕੁਮਾਰ ਬੜਾ ਖੁਸ਼ ਹੋਇਆ। ਹੇ ਮੈਨਾ, ਇੱਧਰ ਤਾਂ ਇਸ ਤਰ੍ਹਾਂ ਚਿੱਠੀ ਪੱਤਰ ਹੁੰਦਾ ਰਿਹਾ ਤੇ ਉੱਧਰ ਸਹੇਲੀਆਂ ਨੇ ਰਾਜਕੁਮਾਰੀ ਦੀ ਮਾਤਾ ਨੂੰ ਕਿਹਾ ਕਿ ਰਾਜਕੁਮਾਰ ਆ ਗਿਆ ਹੈ। ਰਾਣੀ ਸੁਣ ਕੇ ਬੜੀ ਖੁਸ਼ ਹੋਈ ਅਤੇ ਰਾਜੇ ਨੂੰ ਬੁਲਾ ਕੇ ਕੁੱਲ ਹਾਲ ਦੱਸਿਆ। ਰਾਜੇ ਨੇ ਆਪਣੇ ਵਜ਼ੀਰ ਭੇਜ ਕੇ ਰਾਜਕੁਮਾਰ ਨੂੰ ਬੁਲਾਇਆ ਅਤੇ ਬੜੀ ਖੁਸ਼ੀ ਨਾਲ ਆਪਣੀ ਲੜਕੀ ਪਦਮਾਵਤੀ ਨਾਲ ਵਿਆਹ ਕਰ ਦਿੱਤਾ। ਹੇ ਮੈਨਾ, ਧਰਮਪਾਲ ਦਾ ਪਦਮਾਵਤੀ ਨਾਲ ਵਿਆਹ ਹੋ ਗਿਆ। ਰਾਤ ਦਿਨ ਦੋਵੇਂ ਮੌਜਾਂ ਕਰਦੇ ਰਹੇ ਅਤੇ ਦੋਹਾਂ ਵਿੱਚ ਅਜਿਹੀ ਮੁਹੱਬਤ ਹੋ ਗਈ ਕਿ ਬਿਨ ਇੱਕ ਦੂਜੇ ਦੇ ਇੱਕ ਮਿੰਟ ਦਾ ਵਿਛੋੜਾ ਔਖਾ ਹੁੰਦਾ ਸੀ। ਪਰ ਧਰਮਪਾਲ ਸਾਰੇ ਦਿਨ ਵਿੱਚ ਇੱਕ ਵਾਰੀ ਆਪਣੇ ਦੋਸਤ ਚੰਦਰਦੱਤ ਨੂੰ ਮਿਲਣ ਲਈ ਬਾਗ ਵਿੱਚ ਜਾਂਦਾ ਸੀ। ਇੱਕ ਦਿਨ ਪਦਮਾਵਤੀ ਨੇ ਕਿਹਾ, ਹੇ ਪ੍ਰਾਣ ਪਿਆਰੇ, ਆਪਣੇ ਦਿਲ ਦਾ ਹਾਲ ਦੱਸੋ। ਆਪ ਰੋਜ਼ ਕਿੱਥੇ ਜਾਂਦੇ ਹੋ? ਮੈਨੂੰ ਆਪ ਦਾ ਵਿਛੋੜਾ ਇੱਕ ਪਲ ਵਾਸਤੇ ਵੀ ਔਖਾ ਹੋ ਜਾਂਦਾ ਹੈ। ਇਹ ਸੁਣ ਕੇ ਰਾਜਕੁਮਾਰ ਨੇ ਕਿਹਾ ਕਿ ਮੇਰਾ ਇੱਕ ਦੋਸਤ ਚੰਦਰਦੱਤ ਹੈ ਅਤੇ ਉਹ ਮੇਰੇ ਨਾਲ ਇੱਥੇ ਤੱਕ ਆਇਆ ਹੈ। ਮੇਰੇ ਵਾਸਤੇ ਉਸਨੇ ਆਪਣਾ ਘਰ-ਬਾਰ ਛੱਡਿਆ ਹੈ, ਇਸ ਲਈ ਉਸ ਦਾ ਦਿਲ ਬਹਿਲਾਉਣ ਨੂੰ ਰੋਜ਼ ਉਸ ਕੋਲ ਜਾਂਦਾ ਹਾਂ। ਇਹ ਸੁਣ ਕੇ ਪਦਮਾਵਤੀ ਦਿਲ ਵਿੱਚ ਖਿਆਲ ਕਰਨ ਲੱਗੀ ਕਿ ਇਸ ਦੋਸਤ ਦੇ ਇੱਥੇ ਰਹਿਣ ਨਾਲ ਪਿਆਰੇ ਦਾ ਦਿਲ ਨਹੀਂ ਲੱਗਦਾ, ਜੋ ਕਿ ਆਰਾਮ ਦੇ ਵਿੱਚ ਦੁਖਦਾਈ ਹੈ। ਜਿਸ ਕਰਕੇ ਅਜਿਹੀ ਤਦਬੀਰ ਕਰਾਂ ਜਿਸ ਨਾਲ ਉਹ ਮਰ ਜਾਏ ਤੇ ਰਾਜਕੁਮਾਰ ਦਾ ਉੱਥੇ ਜਾਣਾ ਬੰਦ ਹੋ ਜਾਏ। ਇਹ ਸੋਚ ਕੇ ਪਦਮਾਵਤੀ ਨੇ ਰਾਜਕੁਮਾਰ ਨੂੰ ਕਿਹਾ, ਬੜੇ ਅਫਸੋਸ ਦੀ ਗੱਲ ਹੈ, ਆਪ ਨਾਲ ਕਿਤਨੀ ਨੇਕੀ ਕੀਤੀ ਹੈ ਕਿ ਜਿਸ ਦੇ ਕਾਰਨ ਅਸੀਂ ਮੌਜਾਂ ਕਰਦੇ ਹਾਂ ਅਤੇ ਉਹ ਅਜੇ ਤੱਕ ਬਾਗ ਵਿੱਚ ਦੁੱਖ ਪਿਆ ਪਾਂਦਾ ਹੈ। ਤੈਨੂੰ ਚਾਹੀਏ ਕਿ ਕੱਲ੍ਹ ਆਪਣੇ ਦੋਸਤ ਨੂੰ ਘਰ ਲੈ ਆ, ਉਸ ਦੀ ਮਹਿਮਾਨੀ ਕਰਾਂ ਤਾਂ ਜੋ ਉਹ ਵੀ ਸਮਝੇ ਕਿ ਮੇਰੇ ਦੋਸਤ ਨੇ ਖੁਸ਼ੀਆਂ ਵਿੱਚ ਵੀ ਮੈਨੂੰ ਯਾਦ ਕੀਤਾ ਹੈ। ਰਾਜਕੁਮਾਰ ਨੇ ਕਿਹਾ, ਬਹੁਤ ਅੱਛਾ, ਅਤੇ ਰਾਜਕੁਮਾਰੀ ਦੀ ਅਕਲ ਨੂੰ ਸਰਾਉਣ ਲੱਗਾ ਅਤੇ ਆਪਣੇ ਦੋਸਤ ਕੋਲ ਗਿਆ ਤੇ ਕਿਹਾ, ਹੇ ਦੋਸਤ, ਤੈਨੂੰ ਤੇਰੀ ਭਰਜਾਈ ਨੇ ਯਾਦ ਕੀਤਾ ਹੈ ਤੇ ਤੇਰੀ ਰੋਟੀ ਵਾਸਤੇ ਕਿਹਾ ਹੈ। ਆਪ ਨੇ ਮਿਹਰਬਾਨੀ ਕਰਕੇ ਕੱਲ੍ਹ ਉੱਥੇ ਖਾਣਾ ਖਾਣਾ ਹੈ। ਚੰਦਰਦੱਤ ਨੇ ਮੰਨ ਲਿਆ। ਕੁਝ ਚਿਰ ਗੱਲਾਂ ਕਰਦੇ ਰਹੇ। ਮਗਰੋਂ ਰਾਜਕੁਮਾਰ ਮਹਿਲ ਨੂੰ ਆਇਆ ਤੇ ਪਦਮਾਵਤੀ ਨੇ ਚੰਗੇ-ਚੰਗੇ ਖਾਣੇ ਬਣਾਏ ਅਤੇ ਉਸ ਵਿੱਚ ਜ਼ਹਿਰ ਮਿਲਾ ਦਿੱਤਾ। ਜਦ ਚੰਦਰਦੱਤ ਆਏ ਤਾਂ ਬੜੀ ਖਾਤਰ ਨਾਲ ਰੋਟੀ ਖਵਾਈ ਗਈ। ਖਾਣਾ ਖਾਣ ਪਿੱਛੋਂ ਉਹ ਆਪਣੇ ਮਕਾਨ 'ਤੇ ਚਲਾ ਗਿਆ। ਕੁਝ ਚਿਰਾਂ ਪਿੱਛੋਂ ਜ਼ਹਿਰ ਦਾ ਅਸਰ ਹੋਇਆ ਅਤੇ ਚੰਦਰਦੱਤ ਆਪਣੇ ਪਲੰਘ 'ਤੇ ਲੇਟ ਗਿਆ ਤੇ ਸੁੱਤੇ ਦਾ ਸੁੱਤਾ ਹੀ ਰਹਿ ਗਿਆ। ਪਦਮਾਵਤੀ ਨੇ ਪਹਿਲੇ ਹੀ ਮਾਲਣ ਨੂੰ ਸਮਝਾ ਦਿੱਤਾ ਸੀ ਕਿ ਮੈਂ ਚੰਦਰਦੱਤ ਨੂੰ ਜ਼ਹਿਰ ਦਿੱਤਾ ਹੈ। ਜਿਸ ਵੇਲੇ ਉਹ ਮਰ ਜਾਵੇਗਾ
ਤਾਂ ਰਾਜਕੁਮਾਰ ਨੂੰ ਕਹਿਣਾ ਕਿ ਉਸਦੇ ਦੋਸਤ ਨੂੰ ਸੱਪ ਲੜ ਗਿਆ ਹੈ। ਇਹ ਗੱਲ ਕਿਸੇ ਹੋਰ ਨੂੰ ਨਾ ਪਤਾ ਲੱਗੇ। ਮਾਲਣ ਜਦ ਬਾਗ ਵਿੱਚ ਆਈ ਔਰ ਚੰਦਰਦੱਤ ਨੂੰ ਬੇਹੋਸ਼ ਦੇਖ ਕੇ ਉਲਟੇ ਪੈਰ ਚੱਲੀ ਆਈ ਤੇ ਰਾਜਕੁਮਾਰ ਨੂੰ ਕਿਹਾ ਕਿ ਮਹਾਰਾਜ, ਆਪ ਦੇ ਦੋਸਤ ਨੂੰ ਸੱਪ ਲੜ ਗਿਆ ਹੈ ਅਤੇ ਉਹ ਬੇਹੋਸ਼ ਹਨ। ਇਹ ਸੁਣ ਕੇ ਰਾਜਕੁਮਾਰ ਢਹਿੰਦਾ ਉੱਠਦਾ ਬਾਗ ਵਿੱਚ ਆਇਆ ਤੇ ਦੇਖਿਆ ਜੋ ਚੰਦਰਦੱਤ ਮੋਇਆ ਪਿਆ ਹੈ ਅਤੇ ਮੂੰਹ ਵਿੱਚੋਂ ਨੀਲੀ ਨੀਲੀ ਝੱਗ ਵਗ ਰਹੀ ਹੈ। ਇਹ ਦੋਸਤ ਦੀ ਹਾਲਤ ਦੇਖ ਕੇ ਰਾਜਕੁਮਾਰ ਘਬਰਾ ਕੇ ਢਾਹੀਂ ਮਾਰ ਕੇ ਰੋਣ ਲੱਗਾ, ਜਿਸ ਨੂੰ ਸੁਣ ਕੇ ਹਰ ਇੱਕ ਦਾ ਕਲੇਜਾ ਫਟਦਾ ਸੀ। ਕਹੇ ਕਿ ਹੇ ਦੋਸਤ, ਤੂੰ ਮੈਨੂੰ ਅਕੇਲਿਆਂ ਛੋੜ ਕਿੱਥੇ ਚਲਿਆ ਹੈ? ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮਾਲੀਆਂ ਉਸ ਨੂੰ ਪਕੜ ਲਿਆ ਤੇ ਬਹੁਤ ਸਮਝਾਇਆ। ਉਸ ਦੇ ਮਗਰੋਂ ਰਾਜਕੁਮਾਰ ਨੇ ਇੱਕ ਸੰਦੂਖ ਮੰਗਵਾ ਕੇ ਉਸ ਵਿੱਚ ਮੁਰਦੇ ਨੂੰ ਰੱਖ ਕੇ ਗੰਗਾ ਨੂੰ ਭੇਜ ਦਿੱਤਾ। ਕੁਝ ਨੌਕਰ ਨਾਲ ਭੇਜ ਦਿੱਤੇ। ਰਾਹ ਵਿੱਚ ਠੰਡੀ ਹਵਾ ਲੱਗੀ ਤਾਂ ਚੰਦਰਦੱਤ ਦਾ ਜ਼ਹਿਰ ਦੂਰ ਹੋ ਗਿਆ। ਜਦ ਉਸ ਨੂੰ ਕੁਝ ਹੋਸ਼ ਆਈ ਤਾਂ ਆਪਣੇ ਆਪ ਨੂੰ ਇਸ ਹਾਲਤ ਵਿੱਚ ਦੇਖ ਕੇ ਘਬਰਾ ਕੇ ਲੈ ਜਾਣ ਵਾਲਿਆਂ ਤੋਂ ਪੁੱਛਿਆ ਕਿ ਮੈਨੂੰ ਕਿੱਥੇ ਲੈ ਜਾਂਦੇ ਹੋ? ਇਹ ਸੁਣ ਕੇ ਉਹ ਬੜੇ ਹੈਰਾਨ ਹੋਏ। ਕਹਿਣ ਲੱਗੇ, ਹੇ ਮਹਾਰਾਜ, ਆਪ ਨੂੰ ਤਾਂ ਸੱਪ ਲੜ ਗਿਆ ਸੀ ਤੇ ਆਪ ਮਰ ਗਏ ਸੀ। ਰਾਜਕੁਮਾਰ ਪਹਿਲੇ ਤਾਂ ਬੜੇ ਰੋਏ, ਫਿਰ ਲੋਕਾਂ ਦੇ ਸਮਝਾਉਣ ਤੇ ਆਪ ਨੂੰ ਇਸ ਸੰਦੂਖ ਵਿੱਚ ਰੱਖ ਕੇ ਗੰਗਾ ਪ੍ਰਵਾਹ ਕਰਨ ਦਾ ਹੁਕਮ ਦਿੱਤਾ ਤੇ ਆਪ ਉੱਥੇ ਹੀ ਬੈਠੇ ਸਨ। ਫਿਰ ਪਤਾ ਨਹੀਂ ਕਿ ਆਪ ਦੇ ਪਿੱਛੋਂ ਆਪ ਦੇ ਵਿਛੋੜੇ ਨਾਲ ਕੀ ਹਾਲ ਹੋਇਆ ਹੋਵੇਗਾ। ਤਾਂ ਚੰਦਰਦੱਤ ਬੋਲਿਆ ਕਿ ਮੈਨੂੰ ਸੱਪ ਨਹੀਂ ਲੜਿਆ, ਮੇਰੇ ਨਾਲ ਧੋਖਾ ਹੋਇਆ ਹੈ। ਮੈਂ ਤੁਹਾਨੂੰ ਨਹੀਂ ਕਹਿ ਸਕਦਾ। ਮੇਰਾ ਦੋਸਤ ਰਾਜਕੁਮਾਰ ਤਾਂ ਭੋਲਾ ਹੈ, ਉਹ ਇਸਤਰੀਆਂ ਦੇ ਚਰਿੱਤਰ ਕੀ ਜਾਣੇ। ਅੱਛਾ, ਮੈਂ ਤੁਹਾਨੂੰ ਸੋਨੇ ਦੀ ਜੰਜ਼ੀਰ ਦਿੰਦਾ ਹਾਂ, ਤੁਸਾਂ ਮੇਰੇ ਜਿਉਣ ਦੀ ਕਿਸੇ ਨੂੰ ਖਬਰ ਨਾ ਦੇਣੀ ਤੇ ਹੁਣ ਮੈਂ ਆਪਣੇ ਵਤਨ ਨੂੰ ਜਾਂਦਾ ਹਾਂ। ਇਹ ਕਹਿ ਕੇ ਆਦਮੀਆਂ ਨੂੰ ਟੋਰਿਆ ਤੇ ਆਪ ਫਿਕਰ ਕਰਨ ਲੱਗਾ ਕਿ ਹੁਣ ਕੀ ਕਰਨਾ ਚਾਹੀਏ। ਰਾਣੀ ਦੇ ਨਾਲ ਮੈਂ ਕੀ ਸਲੂਕ ਕੀਤਾ ਜਿਸ ਦਾ ਫਲ ਮੈਨੂੰ ਜ਼ਹਿਰ ਖਾਣ ਨੂੰ ਮਿਲਿਆ। ਕੀ ਪਤਾ ਕਿ ਕਿਸੇ ਦਿਨ ਮੇਰੇ ਦੋਸਤ ਨੂੰ ਵੀ ਮਾਰ ਦੇਵੇ। ਉਹ ਉਸ 'ਤੇ ਅਜਿਹਾ ਆਸ਼ਿਕ ਹੋ ਗਿਆ ਹੈ ਕਿ ਉਸ ਦੇ ਚਰਿੱਤਰਾਂ ਨੂੰ ਵੀ ਨਹੀਂ ਜਾਣਦਾ। ਜੇ ਹੁਣ ਵਤਨ ਨੂੰ ਜਾਂਦਾ ਹਾਂ ਤਾਂ ਉਸ ਦੇ ਮਾਤਾ ਪਿਤਾ ਕਹਿਣਗੇ ਕਿ ਸਾਡੇ ਲੜਕੇ ਨੂੰ ਕਿੱਥੇ ਛੋੜਿਆ ਹੈ, ਤਾਂ ਕੀ ਜਵਾਬ ਦਿਆਂਗਾ? ਜੇ ਕਿਹਾ ਕਿ ਆਪਣੇ ਸਹੁਰੇ ਘਰ ਹੈ ਤਾਂ ਉਹਨਾਂ ਨੂੰ ਕਦੋਂ ਯਕੀਨ ਆਵੇਗਾ? ਤੇ ਇਹ ਦੋਸਤੀ ਤੋਂ ਵਿਰੁੱਧ ਵੀ ਹੈ ਕਿ ਮੈਂ ਇਕੱਲੇ ਆਪਣੇ ਘਰ ਜਾ ਕੇ ਆਰਾਮ ਕਰਾਂ। ਅਤੇ ਦੋਸਤ ਦੇ ਇਹ ਲੱਛਣ ਲਿਖੇ ਹਨ। ਅਗਨ ਪੁੱਛੇ ਗੁਣ ਪ੍ਰਗਟ ਹੋ, ਬਿਪਤ ਪਰੇ ਸੰਗ ਦੇ, ਤਨ ਮਨ ਧਨ ਸੇ ਹਿਤ ਕਰੇ, ਕਹਿ ਨਾ ਮਿੱਤਰ ਇਹ ਖਿਆਲ ਕਰਕੇ ਚੰਦਰਦੱਤ ਫਕੀਰੀ ਬਾਣਾ ਧਾਰ ਫਿਰ ਕਰਨਾਟਕ ਦੇਸ਼ ਵਿੱਚ ਆ ਗਿਆ ਤੇ ਪਦਮਾਵਤੀ ਦੇ ਮਹਿਲ ਅੱਗੇ ਧੂਣੀ ਲਾ ਲਈ। ਹੁਣ ਰਾਜਕੁਮਾਰ ਦਾ ਹਾਲ ਸੁਣੋ। ਜਿਸ ਦਿਨ ਚੰਦਰਦੱਤ ਮਰ ਗਿਆ ਉਸ ਦਿਨ ਤੋਂ ਰਾਜਕੁਮਾਰ ਨੇ ਖਾਣਾ ਪੀਣਾ ਤੇ ਆਰਾਮ ਖੁਸ਼ੀ ਛੋੜ ਦਿੱਤਾ ਅਤੇ ਅਕੇਲਿਆਂ ਬੈਠ ਕੇ ਰੋਂਦੇ ਰਹੇ। ਜਦੋਂ ਰਾਜਕੁਮਾਰੀ ਨੇ ਇਸ ਤਰ੍ਹਾਂ ਰਾਜਕੁਮਾਰ ਨੂੰ ਦੇਖਿਆ ਤੇ ਕਹਿਣ ਲੱਗੀ, ਹੇ ਮੇਰੇ ਪ੍ਰਾਣਪਤੀ, ਕਦੇ ਕੋਈ ਮੋਇਆ ਵੀ ਆਇਆ ਹੈ? ਬਸ ਸਬਰ ਕਰੋ, ਕਿਉਂਕਿ ਪਰਮਾਤਮਾ ਨਾਲ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ। ਤੁਹਾਡਾ ਉਹ ਨਾਲ ਇਤਨਾ ਹੀ ਸੰਬੰਧ ਸੀ। ਇਹ ਗੱਲ ਮਸ਼ਹੂਰ ਹੈ ਕਿ ਸੱਪ ਲੰਘ ਗਿਆ, ਲਕੀਰ ਮਿਟਦਿਆਂ ਕੀ ਬਣਦਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਸੁਣ ਰਾਜਕੁਮਾਰ ਨੇ ਕੁਝ ਸਬਰ ਕੀਤਾ, ਪਰ ਇਹ ਨਾ ਪਤਾ ਲੱਗਾ ਕਿ ਕਰਤੂਤ ਪਦਮਾਵਤੀ ਦੀ ਹੀ ਹੈ। ਸੱਚ ਹੈ, ਇਸਤਰੀਆਂ ਦੇ ਚਰਿੱਤਰ ਰਿਸ਼ੀ ਮੁਨੀ ਨਹੀਂ ਜਾਣ ਸਕੇ। ਮਰਦ ਦੀ ਕੀ ਤਾਕਤ ਹੈ? ਤੋਤਾ ਬੋਲਿਆ, ਹੇ ਮੈਨਾ, ਤੂੰ ਹੀ ਕਹਿ, ਚੰਦਰਦੱਤ ਨੇ ਪਦਮਾਵਤੀ ਨਾਲ ਕੀ ਬੁਰਾ ਕੀਤਾ ਸੀ ਜੋ ਉਸ ਨੂੰ ਜਾਨੋਂ ਮਾਰ ਦਿੱਤਾ? ਆਪਣੇ ਦਿਲ ਵਿੱਚ ਸੋਚ ਕਿ ਇਸ ਵਿੱਚ ਕਿਸ ਦਾ ਕਸੂਰ ਹੈ। ਤਾਂ ਮੈਨਾ ਨੇ ਕਿਹਾ, ਹੇ ਤੋਤੇ, ਇਸ ਵਿੱਚ ਸ਼ਰਮਾਨ ਦੀ ਕੀ ਗੱਲ ਹੈ? ਤੂੰ ਆਪਣੀ ਕਹਾਣੀ ਮੁਕਾ, ਮੈਂ ਇਸ ਦਾ ਜਵਾਬ ਤੈਨੂੰ ਬਾਅਦ ਵਿੱਚ ਦਿਆਂਗੀ। ਤਾਂ ਤੋਤੇ ਨੇ ਕਹਾਣੀ ਦੁਬਾਰਾ ਸ਼ੁਰੂ ਕੀਤੀ ਕਿ ਹੇ ਮੈਨਾ, ਜਦ ਰਾਜਕੁਮਾਰ ਨੂੰ ਕੁਝ ਦਿਨ ਬੀਤ ਗਏ ਅਤੇ ਰੋਜ਼ ਬਾਹਰ ਹਵਾ ਖਾਣ ਜਾਂਦਾ ਹੁੰਦਾ ਸੀ, ਪਰ ਮਹਿਲ ਤੋਂ ਨਿਕਲਦਿਆਂ ਹੀ ਉਸ ਸਾਧੂ ਨੂੰ ਨਮਸਕਾਰ ਕਰਦਾ ਤੇ ਉਹ ਅੱਗੋਂ ਕਹਿੰਦਾ ਕਿ ਹੇ ਬੇਟਾ, ਤੇਰਾ ਭਲਾ ਹੋਏ, ਖੁਸ਼ ਰਹੋ। ਪਰ ਉਹ ਆਪਣੇ ਦੋਸਤ ਦੀ ਯਾਦ 'ਤੇ ਉਦਾਸ ਹੋ ਜਾਂਦਾ। ਇੱਕ ਦਿਨ ਦੀ ਗੱਲ ਹੈ, ਰਾਜਕੁਮਾਰ ਹਵਾ ਖਾਣ ਨੂੰ ਨਿਕਲਿਆ। ਦਿਲ ਕੀਤਾ ਕਿ ਸਾਧੂ ਦੇ ਕੋਲ ਬੈਠ ਕੇ ਦਿਲ ਬਹਿਲਾਈਏ। ਸਾਧੂ ਬੋਲਿਆ, ਹੇ ਰਾਜਕੁਮਾਰ, ਤੂੰ ਕਿਉਂ ਸੁਸਤ ਹੈ? ਮੈਂ ਤੈਨੂੰ ਹਰ ਰੋਜ਼
ਉਦਾਸ ਦੇਖਦਾ ਹਾਂ, ਇਸ ਦਾ ਕੀ ਕਾਰਨ ਹੈ? ਤਾਂ ਰਾਜਕੁਮਾਰ ਨੇ ਕਿਹਾ, ਹੇ ਬਾਬਾ ਜੀ, ਮੈਂ ਆਪਣੀ ਉਦਾਸੀ ਦਾ ਕਾਰਨ ਨਹੀਂ ਦੱਸ ਸਕਦਾ, ਕਿਉਂਕਿ ਦੱਸਣ ਨਾਲ ਕਾਲਜਾ ਫਟਦਾ ਹੈ, ਪਰ ਫਕੀਰਾਂ ਤੋਂ ਛੁਪਾਉਣਾ ਠੀਕ ਨਹੀਂ। ਸੁਣੋ, ਮੇਰਾ ਇੱਕ ਨਿੱਕੇ ਹੁੰਦਿਆਂ ਦਾ ਦੋਸਤ ਵਜ਼ੀਰ ਦਾ ਲੜਕਾ ਸੀ, ਸੱਪ ਦੇ ਲੜਨ ਨਾਲ ਮਰ ਗਿਆ ਹੈ। ਉਸ ਦਿਨ ਤੋਂ ਮੇਰੇ ਕਲੇਜੇ 'ਤੇ ਇੱਕ ਗਮ ਹੋ ਗਿਆ ਹੈ, ਜੋ ਹਰ ਵੇਲੇ ਰਹਿੰਦਾ ਹੈ। ਇਹ ਸੁਣ ਕੇ ਚੰਦਰਦੱਤ, ਜੋ ਫਕੀਰੀ ਭੇਸ ਸੀ, ਕਿਹਾ ਕਿ ਬੱਚਾ, ਮੇਰਾ ਦਿਲ ਗਵਾਹੀ ਦਿੰਦਾ ਹੈ ਕਿ ਤੇਰਾ ਦੋਸਤ ਮੋਇਆ ਨਹੀਂ, ਜਿਉਂਦਾ ਹੈ ਤੇ ਕੁਝ ਦਿਨਾਂ ਤੱਕ ਤੈਨੂੰ ਆ ਮਿਲੇਗਾ। ਤੂੰ ਉਦਾਸ ਨਾ ਹੋ, ਮੇਰੀ ਗੱਲ ਯਾਦ ਰੱਖ। ਰਾਜਕੁਮਾਰ ਬੜਾ ਹੈਰਾਨ ਹੋਇਆ ਕਿ ਉਹ ਮੇਰੇ ਸਾਹਮਣੇ ਮੋਇਆ ਹੈ। ਮੈਂ ਆਪ ਉਸ ਨੂੰ ਗੰਗਾ ਪ੍ਰਵਾਹ ਵਾਸਤੇ ਭੇਜਿਆ ਹੈ, ਤੇ ਇਹ ਸਾਧੂ ਕੀ ਕਹਿੰਦਾ ਹੈ? ਖਬਰ ਨਹੀਂ ਮੇਰੇ ਖੁਸ਼ ਕਰਨ ਵਾਸਤੇ। ਇਹ ਕਿਹਾ ਕਿ ਚੰਦਰਦੱਤ ਨੇ ਜਾਣ ਲਿਆ ਕਿ ਰਾਜਕੁਮਾਰ ਚੁੱਪ ਹੋਇਆ ਹੈ। ਮੇਰੀ ਗੱਲ ਸੱਚ ਕਰਕੇ ਨਹੀਂ ਮੰਨੀ ਤਾਂ ਕੁਝ ਗੁੱਸੇ ਵਿੱਚ ਹੋ ਕੇ ਕਿਹਾ, ਬੱਚਾ, ਤੂੰ ਕਿਸ ਸੋਚ ਵਿੱਚ ਹੈ? ਤੇਰਾ ਦੋਸਤ ਚੰਦਰਦੱਤ ਜਿਉਂਦਾ ਹੈ ਅਤੇ ਤੈਨੂੰ ਆ ਕੇ ਮਿਲੇਗਾ। ਚੰਦਰਦੱਤ ਦਾ ਨਾਂ ਸੁਣ ਕੇ ਰਾਜਕੁਮਾਰ ਨੂੰ ਨਿਸ਼ਚਾ ਹੋਇਆ ਕਿ ਸਾਧੂ ਨੂੰ ਚੰਦਰਦੱਤ ਦਾ ਨਾਂ ਤੇ ਮੇਰੇ ਦਿਲ ਦਾ ਹਾਲ ਕਿਵੇਂ ਪਤਾ ਹੋਇਆ। ਕੀ ਪਤਾ ਚੰਦਰਦੱਤ ਜਿਉਂਦਾ ਹੋਵੇ ਤਾਂ ਮਿਲੇ। ਸਾਧੂ ਨੂੰ ਡੰਡੌਤ ਕਰਕੇ ਕਿਹਾ ਕਿ ਆਪ ਦਾ ਕਿਹਾ ਮੈਂ ਨਿਸ਼ਚੇ ਕਰਕੇ ਮੰਨਦਾ ਹਾਂ। ਆਪ ਠੀਕ ਫਰਮਾਉਂਦੇ ਹੋ। ਜਾਣ ਦੀ ਆਗਿਆ ਲੈ ਕੇ ਖੁਸ਼ੀ-ਖੁਸ਼ੀ ਘਰ ਨੂੰ ਗਿਆ ਔਰ ਉਸ ਦਿਨ ਤੋਂ ਖੁਸ਼ ਰਹਿਣ ਲੱਗਾ। ਪਰ ਚੰਦਰਦੱਤ ਦੇ ਮਿਲਣ ਦੀ ਚਾਹ ਦਿਲ ਵਿੱਚ ਰਹਿਣ ਲੱਗੀ। ਇੱਕ ਦਿਨ ਦੀ ਗੱਲ ਹੈ ਕਿ ਪਦਮਾਵਤੀ ਆਪਣੀਆਂ ਕੁਝ ਸਹੇਲੀਆਂ ਨਾਲ ਬਾਗ ਦੀ ਸੈਰ ਕਰਨ ਗਈ। ਰਾਹ ਵਿੱਚ ਇੱਕ ਛੋਟੀ ਜਿਹੀ ਬਗੀਚੀ ਦਿਸੀ। ਉਸ ਵਿੱਚ ਇੱਕ ਸੁਦਾਗਰ, ਜਿਸ ਦੀ ਉਮਰ 24 ਵਰ੍ਹਿਆਂ ਦੀ ਹੋਵੇਗੀ, ਕੁਰਸੀ 'ਤੇ ਬੈਠਾ ਹੋਇਆ ਸੀ। ਪਦਮਾਵਤੀ ਨੇ ਜੋ ਉਸ ਨੂੰ ਦੇਖਿਆ ਤੇ ਆਸ਼ਕ ਹੋ ਗਈ। ਆਪਣੇ ਬਾਗ ਵਿੱਚ ਜੋ ਕੁਝ ਚਿਰ ਬੇਦਿਲੀ ਨਾਲ ਸੈਰ ਕੀਤੀ, ਫਿਰ ਘਰ ਨੂੰ ਮੁੜ ਆਈ ਤੇ ਬਗੀਚੀ ਨੂੰ ਚੰਗੀ ਤਰ੍ਹਾਂ ਸਿਆਣ ਆਈ। ਬਾਕੀ ਦਿਨ ਜਿਵੇਂ ਕਿਵੇਂ ਕੱਟਿਆ। ਜਦ ਇੱਕ ਪਹਿਰ ਰਾਤ ਗਈ, ਪਦਮਾਵਤੀ ਨੇ ਰਾਜਕੁਮਾਰ ਨੂੰ ਸ਼ਰਾਬ ਪਿਲਾ ਕੇ ਬੇਹੋਸ਼ ਕਰਕੇ ਸੁਲਾ ਦਿੱਤਾ। ਆਪ ਕੱਪੜੇ ਬਦਲ ਉਸ ਬਗੀਚੇ ਵਿੱਚ ਸੁਦਾਗਰ ਕੋਲ ਆਈ। ਪਹਿਲੇ ਤਾਂ ਦੋਹਾਂ ਵਿੱਚ ਪਿਆਰ ਦੀਆਂ ਗੱਲਾਂ ਹੁੰਦੀਆਂ ਰਹੀਆਂ, ਫਿਰ ਸ਼ਰਮ ਦਾ ਪਰਦਾ ਹਟ ਗਿਆ ਤੇ ਕੁਝ ਦਿਲ ਖੁਸ਼ ਕਰਕੇ ਆਪਣੇ ਮਹਿਲ ਵਿੱਚ ਆ ਕੇ ਰਾਜਕੁਮਾਰ ਕੋਲ ਸੌਂ ਗਈ। ਇਸ ਤਰ੍ਹਾਂ ਪਦਮਾਵਤੀ ਨੂੰ ਕਰਦਿਆਂ ਕੁਝ ਚਿਰ ਲੰਘ ਗਿਆ। ਇੱਕ ਦਿਨ ਰਾਜਕੁਮਾਰ ਨੇ ਆਪਣੇ ਸਹੁਰੇ ਨੂੰ ਕਿਹਾ ਕਿ ਜੇਕਰ ਆਪ ਦੀ ਆਗਿਆ ਹੋਵੇ ਤਾਂ ਕੱਲ੍ਹ ਮੈਂ ਆਪਣੇ ਵਤਨ ਨੂੰ ਜਾਣ ਦਾ ਇਰਾਦਾ ਕਰਾਂ, ਕਿਉਂਕਿ ਮਾਤਾ ਪਿਤਾ ਨੂੰ ਛੱਡਿਆਂ ਬਹੁਤ ਮੁੱਦਤ ਹੋ ਗਈ ਹੈ। ਪਤਾ ਨਹੀਂ ਕਿ ਮੇਰੇ ਵਿਛੋੜੇ ਵਿੱਚ ਉਹਨਾਂ ਦਾ ਕੀ ਹਾਲ ਹੋਇਆ ਹੋ। ਇਹ ਸੁਣ ਕੇ ਰਾਜੇ ਨੇ ਕਿਹਾ ਕਿ ਚੰਗਾ, ਕੱਲ੍ਹ ਨੂੰ ਤੁਹਾਨੂੰ ਟੋਰ ਦਿਆਂਗੇ। ਹੇ ਮੈਨਾ, ਇਹ ਜਵਾਬ ਰਾਜੇ ਦਾ ਸੁਣ ਰਾਜਕੁਮਾਰ ਬੜਾ ਖੁਸ਼ ਹੋਇਆ ਤੇ ਮਹਿਲ ਵਿੱਚ ਜਾ ਕੇ ਪਦਮਾਵਤੀ ਨੂੰ ਆਪਣੇ ਵਤਨ ਜਾਣ ਦਾ ਹਾਲ ਸੁਣਾਇਆ। ਪਦਮਾਵਤੀ ਨੇ ਬਾਹਰਲੇ ਦਿਲੋਂ ਤਾਂ ਬੜੀ ਖੁਸ਼ੀ ਪ੍ਰਗਟ ਕੀਤੀ, ਪਰ ਅੰਦਰੋਂ ਦਿਲ ਨੂੰ ਬੜਾ ਦੁੱਖ ਪਹੁੰਚਿਆ। ਜਦ ਰਾਤ ਆਈ, ਰੋਜ਼ ਵਾਂਗੂ ਕੱਪੜੇ ਬਦਲ ਸੁਦਾਗਰ ਕੋਲ ਚਲੀ ਗਈ। ਚੰਦਰਦੱਤ ਨੇ, ਜੋ ਸਾਧੂ ਬਣ ਕੇ ਬੈਠਾ ਸੀ, ਖਿਆਲ ਕੀਤਾ ਕਿ ਦੇਖੀਏ ਤਾਂ ਸਹੀ ਕਿ ਰੋਜ਼ ਕਿੱਥੇ ਜਾਂਦੀ ਹੈ। ਇਹ ਸੋਚ ਇੱਕ ਸਿਪਾਹੀ ਦੀ ਤਲਵਾਰ ਲੈ ਕੇ ਉਸ ਦੇ ਪਿੱਛੇ-ਪਿੱਛੇ ਤੁਰ ਪਿਆ। ਜਦ ਪਦਮਾਵਤੀ ਉਸ ਸੁਦਾਗਰ ਕੋਲ ਪਹੁੰਚੀ, ਪਹਿਲਾਂ ਤਾਂ ਮਿਲੀ ਜੁਲੀ, ਫਿਰ ਕਿਹਾ, ਹੇ ਪ੍ਰਾਣ ਪਿਆਰੇ, ਮੈਂ ਕੱਲ੍ਹ ਨੂੰ ਆਪਣੇ ਸਹੁਰੇ ਘਰ ਚਲੇ ਜਾਣਾ ਹੈ। ਇਹ ਸੁਣ ਕੇ ਸੁਦਾਗਰ ਨੂੰ ਬੜਾ ਗੁੱਸਾ ਲੱਗਾ ਕਿ ਹੇ ਹਰਾਮਜ਼ਾਦੀ, ਮੈਂ ਤੇਰੇ ਲਈ ਸੁਦਾਗਰਾਂ ਦਾ ਸੰਗ ਛੱਡਿਆ। ਪਤਾ ਨਹੀਂ ਕਿ ਮਾਲ ਦੇ ਜਹਾਜ਼ ਕਿੱਧਰ ਗਏ ਤੇ ਕੀ ਹੋਇਆ। ਹੁਣ ਤੂੰ ਕਹਿੰਦੀ ਹੈ ਸਹੁਰੇ ਘਰ ਚਲੇ ਜਾਣਾ ਹੈ। ਇਹ ਕਹਿ ਕੇ ਝੱਟ ਉਸ ਦਾ ਨੱਕ ਕੱਟ ਦਿੱਤਾ। ਉਹ ਆਪਣੀ ਜਾਨ ਬਚਾ ਕੇ ਨੱਸੀ। ਚੰਦਰਦੱਤ ਨੇ ਜੋ ਇਹ ਹਾਲ ਦੇਖਿਆ, ਗੁੱਸੇ ਵਿੱਚ ਆ ਕੇ ਉਸ ਸੁਦਾਗਰ ਦਾ ਸਿਰ ਵੱਢ ਦਿੱਤਾ ਅਤੇ ਆਪ ਆਪਣੇ ਆਸਣ 'ਤੇ ਆ ਬੈਠਾ। ਪਦਮਾਵਤੀ ਆਪਣੇ ਮਹਿਲਾ ਬੜੇ ਜ਼ੋਰ ਨਾਲ ਰੋਣ ਲੱਗੀ ਕਿ ਕੋਈ ਪਹੁੰਚੇ, ਮੇਰਾ ਖਾਵੰਦ ਮੈਨੂੰ ਮਾਰਨਾ ਚਾਹੁੰਦਾ ਹੈ, ਮੇਰਾ ਨੱਕ ਕਿਸ ਨੇ ਕੱਟ ਦਿੱਤਾ ਹੈ। ਇਹ ਸੁਣ ਕੇ ਸਾਰੇ ਪਹਿਰੇ ਵਾਲੇ ਜਾਗ ਪਏ। ਰਾਜੇ ਨੂੰ ਜਾ ਹਾਲ ਦੱਸਿਆ। ਇਹ ਸੁਣ ਕੇ ਰਾਜਾ ਕੰਬਣ ਲੱਗਾ ਤੇ ਹੁਕਮ ਦਿੱਤਾ, ਇਹ ਹਾਲਤ ਰਾਜਕੁਮਾਰ ਨੇ ਕੀਤੀ ਹੈ ਤੇ ਉਸ ਦੀਆਂ ਮੁਸ਼ਕਾਂ ਬੰਨ੍ਹ ਦਿਓ। ਆਪ ਬੇਟੀ ਦੇ ਮਹਿਲ ਵਿੱਚ ਆਇਆ ਤੇ ਦੇਖਿਆ ਉਸ ਦਾ ਬੁਰਾ ਹਾਲ ਹੈ ਤੇ ਨੱਕ ਕੱਟਿਆ ਹੈ। ਉਸ ਨੂੰ ਛਾਤੀ ਨਾਲ ਲਾਇਆ ਤੇ ਸਾਰਾ ਹਾਲ ਪੁੱਛਿਆ ਤਾਂ ਪਦਮਾਵਤੀ ਨੇ ਰੋ ਕੇ ਦੱਸਿਆ। ਰਾਜੇ ਸੁਣ ਕੇ ਰਾਜਕੁਮਾਰ ਨੂੰ ਕਿਹਾ ਕਿ ਸੱਚ-ਸੱਚ ਦੱਸ
ਇਹ ਤੂੰ ਕੀ ਕੀਤਾ? ਰਾਜਕੁਮਾਰ ਨੇ ਕਿਹਾ ਕਿ हे ਮਹਾਰਾਜ, ਇਹ ਮੇਰਾ ਕੰਮ ਨਹੀਂ। ਪਤਾ ਨਹੀਂ ਕਿਉਂ ਪਦਮਾਵਤੀ ਨੇ ਮੇਰਾ ਨਾਂ ਲਾਇਆ ਹੈ। ਮੈਂ ਆਪ ਨੂੰ ਆਪਣੀ ਸੱਚਾਈ ਦਾ ਸਬੂਤ ਬਿਲਕੁਲ ਨਹੀਂ ਦੇ ਸਕਦਾ। ਮੇਰੇ ਪਰਦੇਸੀ ਦੀ ਕੌਣ ਗਵਾਹੀ ਦੇ ਸਕਦਾ ਹੈ ਜਦ ਪਦਮਾਵਤੀ ਜਿਹੀ ਪਿਆਰ ਕਰਨ ਵਾਲੀ ਇਹ ਤੌਮਤ ਮੈਨੂੰ ਲਗਾਉਂਦੀ ਹੈ। ਤਾਂ ਰਾਜੇ ਨੇ ਗੁੱਸੇ ਨਾਲ ਕਿਹਾ ਕਿ ਤੂੰ ਝੂਠ ਕਹਿੰਦਾ ਹੈ ਅਤੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਸ ਨੂੰ ਕੈਦ ਵਿੱਚ ਰੱਖੋ ਅਤੇ ਕਚਹਿਰੀ ਵੇਲੇ ਹਾਜ਼ਰ ਕਰਨਾ। ਇਹ ਕਤਲ ਲਾਇਕ ਹੈ। ਰਾਜਕੁਮਾਰ ਆਪਣੀ ਕਿਸਮਤ 'ਤੇ ਰੋਂਦਾ ਤੇ ਅਫਸੋਸ ਕਰਦਾ ਕਿ ਹੁਣ ਤੱਕ ਆਪਣੇ ਦੋਸਤ ਚੰਦਰਦੱਤ ਦਾ ਮੇਲ ਨਹੀਂ ਹੋਇਆ। ਜੇ ਜਿਉਂਦਾ ਹੈ ਤਾਂ ਅੱਜ, ਨਹੀਂ ਤਾਂ ਮੇਰੇ ਕੋਲ ਆਉਂਦਾ। ਤਾਂ ਇਤਨੇ ਚਿਰ ਨੂੰ ਕਚਹਿਰੀ ਦਾ ਵੇਲਾ ਹੋਇਆ ਔਰ ਸਿਪਾਹੀ ਰਾਜਕੁਮਾਰ ਨੂੰ ਲੈ ਹਾਜ਼ਰ ਹੋਏ। ਰਾਜੇ ਨੇ ਵਜ਼ੀਰਾਂ ਦੇ ਸਾਹਮਣੇ ਸਾਰਾ ਹਾਲ ਕਿਹਾ ਤੇ ਰਾਜਕੁਮਾਰ ਦੇ ਕਤਲ ਵਾਸਤੇ ਜੱਲਾਦ ਨੂੰ ਕਤਲ ਕਰਨ ਦਾ ਹੁਕਮ ਦਿੱਤਾ। ਇਹ ਸੁਣ ਕੇ ਇੱਕ ਸਾਧੂ ਜੋ ਰਾਜੇ ਦੇ ਮਹਿਲ ਅੱਗੇ ਧੂਣੀ ਲਾਈ ਬੈਠਾ ਸੀ ਆ ਕੇ ਬੋਲਿਆ ਕਿ हे ਰਾਜਾ, ਕਿਸੇ ਬੇਗੁਨਾਹ ਦਾ ਮਾਰਨਾ ਕਿਸੇ ਮਜ਼ਹਬ ਵਿੱਚ ਨਹੀਂ ਲਿਖਿਆ। ਇਸ ਤਰ੍ਹਾਂ ਖੂਨ ਕਰਨਾ ਚੰਗਾ ਨਹੀਂ। ਹੁਣ ਮੇਰੀ ਗੱਲ ਸੁਣ। ਪਦਮਾਵਤੀ ਦਾ ਨੱਕ ਰਾਜਕੁਮਾਰ ਨੇ ਨਹੀਂ ਵੱਢਿਆ, ਇਹ ਸੁਦਾਗਰ ਦੇ ਪੁੱਤਰ ਨੇ ਵੱਢਿਆ ਹੈ, ਜਿਸ ਨਾਲ ਆਪ ਦੀ ਲੜਕੀ ਦੀ ਦੋਸਤੀ ਸੀ। ਇਹ ਹਰ ਰੋਜ਼ ਰਾਤ ਨੂੰ ਕੱਪੜੇ ਬਦਲ ਕੇ ਉਸ ਕੋਲ ਜਾਂਦੀ ਸੀ। ਇੱਕ ਦਿਨ ਮੈਂ ਇਸ ਦੇ ਪਿੱਛੇ ਪਿੱਛੇ ਗਿਆ, ਦੇਖਿਆ ਜੋ ਪਹਿਲਾਂ ਤਾਂ ਉਹ ਦੋਵੇਂ ਮਿਲੇ ਜੁਲੇ। ਫਿਰ ਪਦਮਾਵਤੀ ਨੇ ਸਹੁਰੇ ਜਾਣ ਨੂੰ ਕਿਹਾ ਤਾਂ ਉਸਨੇ ਗੁੱਸੇ ਵਿੱਚ ਆ ਕੇ ਇਸ ਦਾ ਨੱਕ ਵੱਢ ਦਿੱਤਾ। ਇਹ ਦੇਖ ਮੈਨੂੰ ਬੜਾ ਗੁੱਸਾ ਆਇਆ ਤਾਂ ਮੈਂ ਉਸ ਸੁਦਾਗਰ ਬੱਚੇ ਦਾ ਸਿਰ ਵੱਢ ਦਿੱਤਾ। ਤੇ ਆਪ ਨਾ ਮੰਨੋ ਤਾਂ ਚੱਲ ਕੇ ਦੇਖ ਲਓ। ਮੇਰਾ ਨਾਮ ਚੰਦਰਦੱਤ ਹੈ। ਮੈਂ ਇਸ ਰਾਜਕੁਮਾਰ ਦਾ ਦੋਸਤ ਹਾਂ। ਇੱਕ ਦਿਨ ਆਪ ਦੀ ਲੜਕੀ ਨੇ ਮੈਨੂੰ ਜ਼ਹਿਰ ਦਿੱਤਾ ਸੀ, ਪਰ ਈਸ਼ਵਰ ਦੀ ਕਿਰਪਾ ਨਾਲ ਮੈਂ ਬਚ ਗਿਆ। ਇਹ ਸੁਣ ਰਾਜਾ ਆਪ ਉਸ ਜਗ੍ਹਾ 'ਤੇ ਗਿਆ ਤੇ ਸਭ ਸਬੂਤ ਦੇਖੇ ਅਤੇ ਰਾਜਕੁਮਾਰੀ ਪਦਮਾਵਤੀ ਨੂੰ ਕਤਲ ਕਰਵਾ ਦਿੱਤਾ ਤੇ ਰਾਜਕੁਮਾਰ ਨੂੰ ਛੋੜ ਦਿੱਤਾ। ਰਾਜਕੁਮਾਰ ਚੰਦਰਦੱਤ ਨੂੰ ਮਿਲਿਆ ਤੇ ਬੜਾ ਰੋਇਆ ਕਿ हे ਦੋਸਤ, ਮੈਂ ਆਪ ਦੀਆਂ ਨੇਕੀਆਂ ਦਾ ਧੰਨਵਾਦ ਨਹੀਂ ਕਰ ਸਕਦਾ। ਆਪ ਦੀ ਕਿਰਪਾ ਨਾਲ ਮੈਨੂੰ ਦੂਜੀ ਵਾਰੀ ਜ਼ਿੰਦਗੀ ਮਿਲੀ ਹੈ। ਤੂੰ ਬੜਾ ਸਮਝਾਇਆ ਸੀ ਪਰ ਮੈਂ ਨਾ ਮੰਨਿਆ। ਇਸ ਦਾ ਇਹ ਫਲ ਮੈਨੂੰ ਮਿਲਿਆ। ਇਹ ਕਹਿੰਦੇ ਹੋਏ ਦੋਨੇ ਦੋਸਤ ਵਤਨ ਨੂੰ ਟੁਰ ਪਏ। ਤੋਤੇ ਨੇ ਕਿਹਾ, हे ਮੈਨਾ, ਕੁਮਾਰ ਵਿੱਚ ਕਿਤਨੀ ਮੁਹੱਬਤ ਸੀ ਤੇ ਕੁਮਾਰੀ ਨੇ ਅੱਗੋਂ ਕਿਤਨੀ ਬੇਵਫਾਈ ਕੀਤੀ। ਹੁਣ ਤੂੰ ਹੀ ਦੱਸ ਕਿ ਤੀਵੀਆਂ ਦਾ ਵਸਾਹ ਕੀਤਾ ਜਾਏ ਕਿ ਨਾ। ਮੈਨਾ ਨੇ ਕਿਹਾ ਕਿ ਤੋਤੇ, ਜੋ ਤੂਨੇ ਕਿਹਾ ਠੀਕ ਹੈ, ਪਰ ਇਸ ਦਾ ਜਵਾਬ ਮੈਂ ਤੈਨੂੰ ਦਿੰਦੀ ਹਾਂ। ਸੁਣ।